ਕਿਤਾਬ ਸੱਚ ਦੀ ਭਾਲ ਵਿੱਚ, ਜਿਸ ਦੇ ਲੇਖਕ ਹਨ ਡਾਕਟਰ ਦਲਜੀਤ ਸਿੰਘ। 16ਵੇਂ ਭਾਗ ਵਿੱਚ ਸੁਣੋ ਅੱਡਿਆਂ ਦਾ ਸਾਮਰਾਜੀ ਪਰਛਾਵਾਂ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੀਆਂ ਬੇਅੰਤ ਵਿੱਤੀ ਕਮਜ਼ੋਰੀਆਂ ਹਨ ਅਤੇ ਉਹਨਾਂ ਵਿੱਚੋਂ ਇੱਕ ਵੱਡਾ ਕਾਰਨ ਹੈ ਥਾਂ ਥਾਂ ਉੱਤੇ ਫੌਜੀ ਸਰਗਰਮੀਆਂ। ਇਸ ਦਾ ਫੌਜੀ ਪਰਛਾਵਾਂ ਕਿਤੇ ਛੋਟੀ ਤੇ ਕਿਤੇ ਵੱਡੀ ਜੰਗ ਛੋਈ ਬੈਠਾ ਹੈ। ਰਸਮੀ ਫੌਜੀ ਸੰਧੀਆਂ ਜਿਵੇਂ ਨਾਟੋ ਹੋਇਆ ਤਾਂ ਕੇਵਲ ਵੰਨਗੀ ਮਾਤਰ ਹਨ। ਜਿਹੜੇ ਦੇਸ਼ ਗੋਟਨਲੇਪ ਸਮਝੇ ਜਾਂਦੇ ਸਨ, ਅੱਜ ਉਹ ਨਾਟੋ ਦੇ ਛੋਟੇ ਭਾਈ ਬੰਦ ਹੋ ਗਏ ਹਨ। ਇਹ ਹਨ ਆਇਰਲੈਂਡ, ਆਸਟਰੀਆ, ਸਵਿਟਜ਼ਰਲੈਂਡ, ਫਿਨਲੈਂਡ, ਮਾਲਟਾ ਅਤੇ ਸਵੀਡਨ। ਇਹ ਤਾਂ ਸ਼ੁਰੂਆਤ ਹੀ ਹੈ। ਅਸਲ ਨਿਸ਼ਾਨਾ ਹੈ ਉੱਤਰੀ ਆਰਕਟਿਕ ਇਲਾਕਿਆਂ ਵਿੱਚ ਰੂਸ ਨੂੰ ਚੁਣੌਤੀ ਦੇਣੀ। ਰੂਸ ਨੇ ਉੱਤਰੀ ਧਰੁਵ ਉੱਤੇ ਆਪਣਾ ਝੰਡਾ ਗੱਡ ਦਿੱਤਾ ਹੈ ਅਤੇ ਨਾਲ ਲੱਗਦੀ ਕੁੱਲ ਧਰਤੀ ਉੱਤੇ ਉਹ ਆਪਣਾ ਹੱਕ ਜਮਾਉਂਦਾ ਹੈ। ਪਹਿਲਾਂ ਦਾ ਸੋਵੀਅਤ ਸੰਘ ਇੱਕ ਸਰਕਾਰੀ ਨਿਜ਼ਾਮ ਸੀ ਜਿਹੜਾ ਸਦਾ ਅਮਰੀਕਾ ਦੀ ਸ਼ਿਸ਼ਤ ਉੱਤੇ ਰਹਿੰਦਾ ਸੀ। ਅੱਜ ਜਦੋਂ ਨਵਾਂ ਰੂਸ ਸਰਮਾਏਦਾਰੀ ਦੀਆਂ ਲੀਹਾਂ ਉੱਤੇ ਆ ਗਿਆ ਹੈ, ਜੋ ਅਮਰੀਕਾ ਚਾਹੁੰਦਾ ਸੀ, ਤਾਂ ਹੁਣ ਅਮਰੀਕਾ ਰੂਸ ਨਾਲ ਕਿਹੜੀ ਖਾਰ ਕੱਢਣੀ ਚਾਹੁੰਦਾ ਹੈ। ਕਈ ਹੋਰ ਦੇਸ਼ ਨਾਟੋ ਦੇ ਨਾਲ ਭਿਆਲੀ ਪਾਉਣ ਵਾਸਤੇ ਗੱਲਬਾਤੀ ਪੜਾਅ ਉੱਤੇ ਪਹੁੰਚ ਗਏ ਹਨ। ਇਹ ਹਨ ਮੈਡੀਟੇਰੀਅਨ ਸਾਗਰ ਦੁਆਲੇ ਦੇਸ਼ ਅਲਜੀਰੀਆ, ਮਿਸਰ, ਇਜ਼ਰਾਈਲ, ਜਾਰਡਨ, ਮਰਟਾਨੀਆ, ਮੋਰਾਕੋ ਅਤੇ ਟੂਨੀਸ਼ੀਆ। ਨਾਟੋ ਕਾਰਵਾਈਆਂ ਵਿੱਚ ਸ਼ਾਮਲ ਹੋਣ ਲਈ ਆਸਟ੍ਰੇਲੀਆ, ਜਾਪਾਨ, ਨਿਊਜ਼ੀਲੈਂਡ ਅਤੇ ਦੱਖਣੀ ਕੋਰੀਆ ਨੂੰ ਸੱਦੇ ਜਾ ਚੁੱਕੇ ਹਨ। ਨਾਟੋ ਦੇਸ਼ਾਂ ਨੂੰ ਮਿਆਰ ਉੱਤੇ ਪੂਰਾ ਉਤਰਨ ਲਈ ਜ਼ੋਰ ਲਾਇਆ ਜਾਂਦਾ ਹੈ। ਇਸ ਦਾ ਅਰਥ ਇਹ ਹੁੰਦਾ ਹੈ ਕਿ ਫੌਜੀ ਸ਼ਕਤੀ ਵਧਾਉਣ ਦੇ ਨਾਲ ਨਾਲ ਗੁੱਝੇ ਸਮਝੌਤੇ ਵੀ ਕੀਤੇ ਜਾਣ, ਜਿਨ੍ਹਾਂ ਅਨੁਸਾਰ ਲੋਕ ਰਾਏ ਦੀ ਇੱਕ ਨਾ ਚੱਲਣ ਦਿੱਤੀ ਜਾਵੇ। ਜੇ ਕੋਈ ਫੌਜ ਖਿਲਾਫ ਜਥੇਬੰਦੀ ਸੱਤਾ ਵਿੱਚ ਆ ਜਾਵੇ ਤਾਂ ਉਸ ਨੂੰ ਗੁੱਝੇ ਸਮਝੌਤਿਆਂ ਬਾਰੇ ਬੇਖਬਰ ਰੱਖਿਆ ਜਾਂਦਾ ਹੈ। ਜਾਪਾਨ ਦੇ ਸੰਵਿਧਾਨ ਅੰਦਰ ਉਸ ਦੇਸ਼ ਦੇ ਅੰਦਰ ਪਰਮਾਣੂ ਹਥਿਆਰ ਰੱਖਣ ਦੀ ਮਨਾਹੀ ਹੈ, ਪਰ ਗੁੱਝੇ ਸਮਝੌਤਿਆਂ ਦੇ ਨਾਲ ਉੱਥੇ ਸ਼ੁਰੂ ਤੋਂ ਹੀ ਪਰਮਾਣੂ ਹਥਿਆਰ ਰੱਖੇ ਜਾਂਦੇ ਰਹੇ ਹਨ। ਹੁਣ ਪਹਿਲੀ ਵਾਰ ਵਿਰੋਧੀ ਦਲ ਦੀ ਸਰਕਾਰ ਨੇ ਇਹਨਾਂ ਗੁੱਝੇ ਸਮਝੌਤਿਆਂ ਉੱਤੋਂ ਘੁੰਡ ਉਠਾਇਆ। ਡੈਨਮਾਰਕ ਦੇ ਸੰਵਿਧਾਨ ਦੇ ਉਲਟ ਗ੍ਰੀਨਲੈਂਡ ਅੰਦਰ ਪਰਮਾਣੂ ਹਥਿਆਰ ਰੱਖੇ ਜਾ ਰਹੇ ਹਨ। ਬੰਦਾ ਇੱਕ ਗੱਲ ਪੁੱਛੇ, ਭਈ ਤੁਹਾਡਾ ਦੁਸ਼ਮਣ ਦੇਸ਼ ਸੋਵੀਅਤ ਸੰਘ ਕਦੋਂ ਦਾ ਨਹੀਂ ਰਿਹਾ? ਹੁਣ ਕਿਹੜੇ ਦੇਸ਼ ਲਈ ਨਾ ਕੇਵਲ ਪਰਮਾਣੂ ਹਥਿਆਰ ਯੂਰਪ ਅੰਦਰ ਤਿਆਰ ਬਰ ਤਿਆਰ ਰੱਖੇ ਹੋਏ ਨੇ, ਸਗੋਂ ਕਈ ਨਵੇਂ ਦੇਸ਼ਾਂ ਅੰਦਰ ਮਿਜ਼ਾਈਲਾਂ ਬੀੜੀਆਂ ਜਾ ਰਹੀਆਂ ਹਨ। ਅਮਰੀਕਨ ਵਿੱਤੀ ਚੜ੍ਹਤ ਹਥਿਆਰਾਂ ਦੀ ਵਿਕਰੀ ਦੇ ਨਾਲ ਹੁੰਦੀ ਹੈ। ਇਹ ਹਥਿਆਰ ਦੁਨੀਆ ਦੇ 150 ਦੇਸ਼ਾਂ ਦੇ ਅੰਦਰ ਫੌਜੀ ਅਤੇ ਗੈਰ ਫੌਜੀ ਅਦਾਰਿਆਂ ਨੂੰ ਵੇਚੇ ਜਾਂਦੇ ਹਨ। ਕੰਮ ਆਉਣ ਜਾਂ ਨਾ ਆਉਣ, ਨਿਤ ਨਵੇਂ ਹਥਿਆਰਾਂ ਨੇ ਪੁਰਾਣਿਆਂ ਨੂੰ ਬਦਲਣਾ ਹੁੰਦਾ ਹੈ। ਇੰਜ ਨਾ ਹੋਵੇ ਤਾਂ ਕਮਾਈ ਨਾ ਰੁਕ ਜਾਵੇ। ਜਦੋਂ ਵੀ ਹਥਿਆਰਾਂ ਦਾ ਸੌਦਾ ਹੁੰਦਾ ਹੈ, ਨਾਲ ਹੀ ਨਾਲ ਟ੍ਰੇਨਰ ਵੀ ਭੇਜੇ ਜਾਂਦੇ ਹਨ। ਹਥਿਆਰਾਂ ਨਾਲ ਲੈਸ ਕੀਤੇ ਦੇਸ਼ਾਂ ਦੇ ਸਾਂਝੇ ਰੱਖਿਆ ਅਭਿਆਸ ਕੀਤੇ ਜਾਂਦੇ ਹਨ ਤਾਂ ਜੋ ਕੋਈ ਦੇਸ਼ ਬਾਗੀ ਹੋ ਕੇ ਹੱਥੋਂ ਨਾ ਨਿਕਲ ਜਾਵੇ। ਹਥਿਆਰ ਮੁੱਲ ਮਿਲਦੇ ਹਨ, ਪਰ ਗੁਲਾਮੀ ਮੁਫਤ ਵਿੱਚ ਮਿਲਦੀ ਹੈ। ਹਥਿਆਰਾਂ ਦੀ ਫੌਜੀ ਅਤੇ ਸ਼ਹਿਰੀ ਵਰਤੋਂ ਵਿੱਚ ਦਿਨੋਂ ਦਿਨ ਫਰਕ ਘਟਦਾ ਜਾਂਦਾ ਹੈ। ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਹਥਿਆਰ ਹੁਣ ਸ਼ਹਿਰੀ ਆਬਾਦੀ ਜਾਂ ਜੰਗਲ ਵਾਸੀਆਂ ਉੱਤੇ ਵਰਤਣੇ ਸ਼ੁਰੂ ਹੋ ਗਏ ਹਨ। ਅਮਰੀਕਨ ਫੌਜ ਨੇ ਹੁਣ ਲੋਕਾਈ ਦੀ ਸੇਵਾ ਦਾ ਮਿਸ਼ਨ ਵੀ ਆਰੰਭ ਲਿਆ ਹੈ। ਉਹਨਾਂ ਦੇ ਕਾਇਦਿਆਂ ਅੰਦਰ ਲਿਖਿਆ ਹੈ ਕਿ ਉਹ ਵਿਦੇਸ਼ੀ ਥਾਂ ਜਾਣਗੇ ਜਿੱਥੇ ਕੁਦਰਤੀ ਜਾਂ ਇਨਸਾਨੀ ਆਫਤ ਨਾਲ ਇਨਸਾਨੀਅਤ ਦੁਖਾਂਤ ਵਿੱਚ ਹੈ। ਉੱਥੇ ਉਹ ਮੈਡੀਕਲ ਅਤੇ ਦੰਦਾਂ ਦਾ ਕੈਂਪ ਲਗਾ ਕੇ ਦਿਲਾਂ ਅਤੇ ਮਨਾਂ ਨੂੰ ਜਿੱਤਣਗੇ। ਪਿਛਲੇ ਸਾਲ ਹੇਟੀ ਵਿੱਚ ਕੀ ਹੋਇਆ? ਭੂਚਾਲ ਉਪਰੰਤ ਉਸੇ ਹੀ ਦਿਨ 20,000 ਸ਼ਸਤਰਾਂ ਨਾਲ ਲੈਸ ਮੈਰੀਨ ਪੁੱਜ ਗਏ, ਜਿਨ੍ਹਾਂ ਨੇ ਕੁੱਲ ਦੇਸ਼ ਅੰਦਰ ਆਵਾਜਾਈ ਉੱਤੇ ਕਾਬੂ ਪਾ ਲਿਆ। ਕਈ ਮਹੀਨਿਆਂ ਪਿੱਛੋਂ ਅੱਜ ਵੀ 10,000 ਮੈਰੀਨ ਉੱਥੇ ਹੀ ਨੇ। ਅੱਜ ਕੱਲ੍ਹ ਦੇ ਫੌਜੀ ਮਿਸ਼ਨ ਲਈ ਇੱਕ ਵਾਰ ਆ ਜਾਣ ਤਾਂ ਵਾਪਸ ਜਾਣ ਦਾ ਨਾਂ ਨਹੀਂ ਲੈਂਦੇ। ਦੋਸਤੀਆਂ, ਭਾਈਵਾਲੀਆਂ, ਸਿਖਲਾਈਆਂ, ਲੋਕ ਭਲਾਈ ਸੇਵਾਵਾਂ ਆਦਿ ਨਾਲ ਇੱਕ ਫੌਜੀ ਅਤੇ ਸ਼ਹਿਰੀ ਤਾਣਾ ਬਾਣਾ ਬਣਾ ਲਿਆ ਜਾਂਦਾ ਹੈ, ਜੋ ਅੱਗੇ ਜਾ ਕੇ ਮਿਹਰ ਹੇਠਲੇ ਦੇਸ਼ ਨੂੰ ਕਾਬੂ
ਰੱਖੀ ਰੱਖਣ ਦੇ ਕੰਮ ਆਉਂਦਾ ਹੈ। ਕੈਥਰੀਨ ਲੁਟਜ਼ ਦਾ ਬੇਸਿਸ ਆਫ ਇੰਪਾਇਰ ਪ੍ਰੈਸ 2009, ਜੋ ਕੁੱਲ ਇਨਸਾਨੀਅਤ ਨੂੰ ਸਮਝਣ ਵਾਲੀ ਐਂਥਰੋਪੋਲੋਜੀ ਸਾਇੰਸ ਨਾਲ ਸੰਬੰਧਿਤ ਹੈ, ਉਸ ਨੇ ਅਮਰੀਕਨ ਰੱਖਿਆ ਵਿਭਾਗ ਦੇ ਅੱਡਿਆਂ ਦੀ ਬਣਤਰ ਰਿਪੋਰਟ ਦਾ ਹਵਾਲਾ ਦਿੱਤਾ। ਅੰਕਿਤ ਹਨ ਅਮਰੀਕਨ ਧਰਤੀ ਦੇ ਅੰਦਰ 4742 ਫੌਜੀ ਅੱਡੇ, 121 ਅੱਡੇ ਹਨ ਅਮਰੀਕਾ ਅਧੀਨ ਇਲਾਕਿਆਂ ਅੰਦਰ ਅਤੇ 716 ਅੱਡੇ ਵਿਦੇਸ਼ੀ ਥਾਵਾਂ ਉੱਤੇ। ਇਸ ਰਿਪੋਰਟ ਵਿੱਚ ਇਰਾਕੀ, ਅਫਗਾਨੀ ਅਤੇ ਨਵੇਂ ਯਮਨੀ ਅੱਡਿਆਂ ਦਾ ਜ਼ਿਕਰ ਨਹੀਂ ਹੈ। ਕੁੱਲ ਵਿਦੇਸ਼ੀ ਅੱਡਿਆਂ ਦੀ ਰੱਖ ਰਖਾਈ ਦਾ ਖਰਚ $250 ਬਿਲੀਅਨ ਆਉਂਦਾ ਹੈ। ਯਾਦ ਰਹੇ ਕਿ ਭਾਰਤ ਦਾ ਸਾਲਾਨਾ ਬਜਟ ਕਰੀਬ $60 ਬਿਲੀਅਨ ਹੈ। ਲੁਟਜ਼ ਦੀ ਕਿਤਾਬ ਫੌਜੀ ਅੱਡਿਆਂ ਦਾ ਸਥਾਨਕ ਲੋਕਾਂ ਦੇ ਉੱਤੇ ਹੁੰਦਾ ਅਸਰ ਬਿਆਨ ਕਰਦੀ ਹੈ। ਸਭ ਤੋਂ ਪਹਿਲੀ ਖਿੱਚ ਤਾਂ ਇਸ ਨੁਕਤੇ ਉੱਤੇ ਉੱਠਦੀ ਹੈ ਜਦੋਂ ਇਹ ਪਤਾ ਲੱਗਦਾ ਹੈ ਕਿ ਦੇਸ਼ ਦੇ ਕਾਇਦੇ ਕਾਨੂੰਨ ਅਮਰੀਕੀ ਫੌਜੀਆਂ ਅਤੇ ਅੱਡਿਆਂ ਉੱਤੇ ਲਾਗੂ ਨਹੀਂ ਹੁੰਦੇ। ਸੰਵਿਧਾਨ, ਪਾਰਲੀਮੈਂਟ ਅਤੇ ਸਭ ਕਾਨੂੰਨਾਂ ਤੋਂ ਉੱਪਰ ਹੁੰਦੇ ਹਨ। ਇਹ ਅੱਡੇ ਸਰਕਾਰ ਦੇ ਗੁੱਝੇ ਗੁਪਤ ਸਮਝੌਤਿਆਂ ਉੱਤੇ ਦਸਤਖਤ ਕੀਤੇ ਹੁੰਦੇ ਹਨ। ਸਥਾਨਕ ਸਮਾਜ ਅਤੇ ਸਿਆਸਤ ਦੇ ਉੱਤੇ ਫੌਜੀ ਅੱਡੇ ਚੋਖਾ ਅਸਰ ਰੱਖਦੇ ਹਨ। ਦੂਜੀ ਵਿਸ਼ਵ ਜੰਗ ਤਾਂ 1945 ਵਿੱਚ ਮੁੱਕ ਗਈ ਸੀ, ਪਰ ਜਰਮਨੀ ਦੇ ਅੰਦਰ ਅੱਜ ਵੀ 235 ਫੌਜੀ ਅੱਡੇ ਕਾਇਮ ਹਨ। ਇਹਨਾਂ ਦੇ ਆਸਰੇ ਜਰਮਨ ਭਾਈਚਾਰੇ ਦੀ ਰੰਗਤ ਹੀ ਅਮਰੀਕਨ ਹੋ ਗਈ ਹੈ। ਖਾਣ ਪੀਣ, ਸੈਰ ਸਪਾਟਾ ਆਦਿ ਅਤੇ ਇਮਾਰਤ ਉਸਾਰੂ ਉਦਯੋਗਾਂ ਨੂੰ ਚੋਖੀ ਮਦਦ ਮਿਲੀ ਹੈ। ਨਾਲ ਹੀ ਨਾਲ ਸਨਅਤ ਅਤੇ ਖੇਤੀ ਦਾ ਭੂਗੋਲੀਕਰਨ ਕਰਕੇ ਸਥਾਨਕ ਵਿੱਤੀ ਖੁਸ਼ਹਾਲੀ ਨੂੰ ਅੰਦਰੋਂ ਅੰਦਰ ਪੋਲਾ ਕਰ ਦਿੱਤਾ ਹੈ। ਥਾਂ ਥਾਂ ਉੱਤੇ ਫੌਜੀ ਜੁਗਾੜ ਖੜੇ ਕੀਤੇ ਜਾਂਦੇ ਹਨ, ਜਿਨ੍ਹਾਂ ਦਾ ਮੰਤਵ ਹੁੰਦਾ ਹੈ ਲੜਾਈ ਦੀ ਤਿਆਰੀ, ਦੂਜੇ ਦੇਸ਼ਾਂ ਦੀ ਮੁਖਬਰੀ ਅਤੇ ਬੇਅੰਤ ਅਜਿਹੇ ਕੰਮ ਜੋ ਘਰੇਲੂ ਕਾਨੂੰਨਾਂ ਦੀ ਉਲੰਘਣਾ ਕਰਦੇ ਹਨ। ਇਹਨਾਂ ਅੱਡਿਆਂ ਤੋਂ ਇਹ ਵੀ ਤਾਂ ਭੈ ਰਹਿੰਦਾ ਹੈ ਕਿ ਜੇ ਕੋਈ ਜੰਗ ਛਿੜੀ ਤਾਂ ਇੱਥੇ ਵੀ ਬੰਬ ਪੈਣਗੇ ਨਾ। ਸਥਾਨਕ ਲੋਕਾਂ ਨੂੰ ਇਹ ਵੀ ਚੁਭਦਾ ਰਹਿੰਦਾ ਹੈ ਕਿ ਅੱਡਿਆਂ ਲਈ ਹਥਿਆਈ ਥਾਂ ਕਦੇ ਵੀ ਸੈਰ ਸਪਾਟੇ ਅਤੇ ਖੇਤੀ ਲਈ ਕੰਮ ਨਹੀਂ ਆ ਸਕੇਗੀ। ਹਵਾਈ, ਸਮੁੰਦਰੀ ਅਤੇ ਜ਼ਮੀਨੀ ਵਾਤਾਵਰਣ ਉੱਤੇ ਗਹਿਰਾ ਅਸਰ ਪੈਂਦਾ ਹੈ। ਉੱਪਰਲੀਆਂ ਹਵਾਈ ਉਡਾਨਾਂ ਦਾ ਰੌਲਾ, ਗੋਲਿਆਂ ਅਤੇ ਬੰਬ ਹਮਲਿਆਂ ਦੀਆਂ ਮਸ਼ਕਾਂ ਸਥਾਨਕ ਲੋਕਾਂ ਲਈ ਚੋਖੀਆਂ ਦੁਖਦਾਈ ਹੁੰਦੀਆਂ ਹਨ। ਕੁੱਲ ਫੌਜੀ ਅੱਡਿਆਂ ਦੇ ਆਸ-ਪਾਸ ਵੇਸ਼ਵਾਗਿਰੀ ਅਤੇ ਕਤਲ ਦੇ ਕਿੱਸੇ ਆਮ ਸੁਣੀਂਦੇ ਹਨ। 1995 ਵਿੱਚ ਓਕੀਨਾਵਾ ਵਿੱਚ ਇੱਕ 12 ਸਾਲਾਂ ਦੀ ਜਾਪਾਨੀ ਲੜਕੀ ਦਾ ਬਲਾਤਕਾਰ ਸਭ ਨੂੰ ਯਾਦ ਹੈ। ਦੋਸ਼ੀ ਨੂੰ ਅਮਰੀਕਾ ਨੇ ਸ਼ਹਿਰੀ ਕਾਨੂੰਨ ਦੇ ਹਵਾਲੇ ਨਹੀਂ ਕੀਤਾ। ਅੱਜ ਓਕੀਨਾਵਾ ਦੀ ਕੁੱਲ ਵਸੋਂ ਨੇ ਉੱਥੋਂ ਫੌਜੀ ਅੱਡਾ ਚੁੱਕ ਲੈਣ ਲਈ ਵੋਟ ਪਾਈ ਹੈ, ਪਰ ਡਾਢੇ ਨੂੰ ਕੋਈ ਨਹੀਂ ਮਨਾ ਸਕਿਆ। ਜਾਪਾਨ ਸਰਕਾਰ ਦੀ ਬੇਨਤੀ ਠੁਕਰਾ ਦਿੱਤੀ ਗਈ ਹੈ। ਇਸ ਤਰ੍ਹਾਂ ਰੋਸ ਤਾਂ ਵੱਧਦਾ ਹੀ ਜਾਵੇਗਾ ਨਾ। ਵਿਦੇਸ਼ੀ ਅੱਡਿਆਂ ਦੇ ਖਿਲਾਫ ਸਥਾਨਕ ਲੋਕਾਂ ਦੀਆਂ ਮੰਗਾਂ ਅਤੇ ਮੁਹਿੰਮਾਂ ਦਾ ਅੱਜ ਤੱਕ ਤਾਂ ਮਾੜਾ ਹਾਲ ਹੈ। ਵੱਧ ਤੋਂ ਵੱਧ ਇਹ ਹੁੰਦਾ ਹੈ ਕਿ ਕੋਈ ਫੌਜੀ ਅੱਡਾ ਇੱਕ ਥਾਂ ਤੋਂ ਚੁੱਕ ਕੇ ਕਿਤੇ ਹੋਰ ਲਿਜਾਇਆ ਜਾਂਦਾ ਹੈ। ਫਿਲੀਪੀਨ ਅੱਡਿਆਂ ਅੰਦਰ ਵੇਸ਼ਵਾਵਾਂ ਰਾਹੀਂ ਬੇਅੰਤ ਰੋਗ ਖਿਲਰਨ ਅਤੇ ਪਰਮਾਣੂ ਹਥਿਆਰਾਂ ਨੂੰ ਰੱਖਣ ਦੇ ਖਿਲਾਫ ਫਿਲੀਪੀਨੋ ਸਰਕਾਰੀ ਨੀਤੀ ਕਾਰਨ ਉੱਥੋਂ ਅੱਡੇ ਚੁੱਕ ਲਏ ਗਏ ਹਨ। ਹੁਣ ਉਹਨਾਂ ਦੇ ਜਹਾਜ਼ ਪ੍ਰਾਹੁਣੇ ਬਣ ਕੇ ਆਉਂਦੇ ਹਨ ਜਾਂ ਸਾਂਝੀਆਂ ਫੌਜੀ ਕਸਰਤਾਂ ਕਰਨ। ਦੱਖਣੀ ਅਮਰੀਕਾ ਅੰਦਰ ਜੂਕੇਡੋਰ ਦੇਸ਼ ਦੇ ਅਮਰੀਕਨ ਫੌਜੀ ਅੱਡਿਆਂ ਦੀ ਮਿਆਦ ਵਧਾਉਣ ਤੋਂ ਇਨਕਾਰ ਕਰ ਦਿੱਤਾ। ਹੁਣ ਮਾਲਟਾ ਅੱਡਾ ਬੰਦ ਹੋ ਰਿਹਾ ਹੈ। ਕੈਰੇਬੀਅਨ ਵਿੱਚ ਹੌਂਡਰਾਸ ਸਰਕਾਰ ਨੇ ਪਾਮੀਰੋਲਾ ਦਾ ਅੱਡਾ ਬੰਦ ਕਰਵਾਉਣਾ ਚਾਹਿਆ ਤਾਂ ਉਸ ਗੌਰਮੈਂਟ ਦਾ ਤਖਤਾ ਪਲਟ ਦਿੱਤਾ ਗਿਆ। ਸ਼ੁਕਰ ਹੈ ਕਿ ਸਾਡੇ ਦੇਸ਼ ਅੰਦਰ ਕਿਸੇ ਦੇਸ਼ ਦਾ ਫੌਜੀ ਅੱਡਾ ਨਹੀਂ ਹੈ। ਕਈ ਤਰ੍ਹਾਂ ਦੀਆਂ ਸ਼ੱਕੀ ਸਾਂਝੀਆਂ ਮਸ਼ਕਾਂ ਬਾਰੇ ਜ਼ਰੂਰ ਸੁਣਦੇ ਰਹਿੰਦੇ। ਪਤਾ ਨਹੀਂ ਇਹਨਾਂ ਪਿੱਛੇ ਕਿਹੜੀ ਮਜਬੂਰੀ ਛੁਪੀ ਹੁੰਦੀ ਹੈ। ਐਂਗਲੋ ਅਮਰੀਕੀ ਸ਼ਕਤੀਆਂ ਦੇ ਨਾਲ ਭਿਆਲੀ ਸਹਿਜੇ ਸਹਿਜੇ ਵੱਧ ਰਹੀ ਜਾਪਦੀ ਹੈ। ਸਾਮਰਾਜ ਦਾ ਭੂਗੋਲਿਕ ਖੂਨੀ ਪੰਜਾ ਸਾਡੀ ਵੀ ਰੱਤ ਦਾ ਪਿਆਸਾ ਹੈ। ਜੇ ਕਦੇ ਵੀ ਇਸ ਭਾਰਤ ਮਾਂ ਅੰਦਰ ਕਿਸੇ ਵੀ ਬਹਾਨੇ ਕੋਈ ਫੌਜੀ ਅੱਡਾ ਬਣ ਗਿਆ ਤਾਂ ਲੋਕਾਂ ਅੰਦਰ ਜੋ ਰੋਹ ਜਾਗੇਗਾ ਉਸ ਦੀ ਕਲਪਨਾ ਕਰਨੀ ਔਖੀ ਹੈ। ਆਜ਼ਾਦੀ ਕਾਇਮ ਰੱਖਣ ਲਈ ਸਦਾ ਪਹਿਰੇ ਉੱਤੇ ਹੁਸ਼ਿਆਰ ਰਹਿਣਾ ਪੈਂਦਾ। ਜੇ ਅਸੀਂ ਕਿਸੇ ਗੁਪਤ ਸੰਧੀ ਦੇ
ਪਰਛਾਵੇਂ ਹੇਠ ਹਾਂ ਤਾਂ ਮੰਦਭਾਗੇ ਲੋਕ ਕਦੇ ਜਾਣ ਹੀ ਨਹੀਂ ਸਕਦੇ। ਕਿਤਾਬ ਸੱਚ ਦੀ ਭਾਲ ਵਿੱਚ, ਲੇਖਕ ਡਾਕਟਰ ਦਲਜੀਤ ਸਿੰਘ, ਭਾਗ 16ਵਾਂ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।